Hello students, welcome to history class। ਸਾਡੀ 3rd ਯੂਨਿਟ ਚੱਲ ਰਹੀ ਸੀ। ਇਸ ਵਿੱਚ ਅਸੀਂ ਕੁਐਸਚਨ ਸ਼ੁਰੂ ਕਰ ਰੱਖਿਆ ਸੀ ਵਿयना ਕਾਂਗਰਸ ਦੇ ਉਦੇਸ਼, ਕਾਰਜ, ਸਿਧਾਂਤ, ਧਾਰਾਵਾਂ ਅਤੇ ਮਹੱਤਵ ਦਾ ਵਰਣਨ ਕਰੋ। ਪਿਛਲੀ ਕਲਾਸ ਵਿੱਚ ਅਸੀਂ ਦੇਖਿਆ ਕਿ 1792 ਈਸਵੀ ਤੋਂ ਲੈ ਕੇ 1814 ਈਸਵੀ ਤੱਕ ਯੂਰਪ ਮਹਾਦੀਪ ਸੰਘਰਸ਼ ਦਾ ਅਖਾੜਾ ਬਣਿਆ ਰਿਹਾ ਸੀ। ਇਹਨਾਂ 22 ਸਾਲਾਂ ਦੇ ਵਿੱਚ ਘੱਟੋ ਘੱਟ 15 ਸਾਲ ਨੈਪੋਲੀਅਨ ਦੀ ਸ਼ਕਤੀ ਦਾ ਬੋਲਬਾਲਾ ਰਿਹਾ ਸੀ। ਨੈਪੋਲੀਅਨ ਨੇ ਯੂਰਪ ਦੇ ਅਨੇਕ ਰਾਜਵੰਸ਼ਾਂ ਦਾ ਅੰਤ ਕਰਕੇ ਉਹਨਾਂ ਦੇ ਸਿੰਘਾਸਨ ਨੂੰ ਖਤਮ ਕਰ ਦਿੱਤਾ ਸੀ। ਇਹਨਾਂ ਦੀ ਜਗ੍ਹਾ ਤੇ ਨੈਪੋਲੀਅਨ ਨੇ ਆਪਣੇ ਰਿਸ਼ਤੇਦਾਰਾਂ ਨੂੰ ਅਤੇ ਸੈਨਾਪਤੀਆਂ ਨੂੰ ਰਾਜ ਕਰਨ ਦਾ ਅਧਿਕਾਰ ਦਿੱਤਾ ਸੀ। ਇਹਨਾਂ ਸਾਰੀ ਗਤੀਵਿਧੀਆਂ ਦੇ ਕਾਰਨ ਯੂਰਪ ਦਾ ਮਾਨਚਿੱਤਰ ਅਸਤ ਵਿਅਸਤ ਹੋ ਚੁੱਕਿਆ ਸੀ। ਯੂਰਪ ਦੇ ਇਸ ਮਾਨਚਿੱਤਰ ਨੂੰ ਦੁਬਾਰਾ ਵਿਵਸਥਿਤ ਕਰਨ ਦੇ ਲਈ ਆਸਟਰੀਆ ਦੀ ਰਾਜਧਾਨੀ ਵਿੱਚ ਇੱਕ ਸੰਮੇਲਨ ਬੁਲਾਇਆ ਗਿਆ, ਜਿਸ ਨੂੰ ਵਿयना ਸੰਮੇਲਨ ਜਾਂ ਵਿयना ਕਾਂਗਰਸ ਕਹਿੰਦੇ ਹਨ। ਪਿਛਲੀ ਕਲਾਸ ਵਿੱਚ ਅਸੀਂ ਇਸ ਸੰਮੇਲਨ ਤੋਂ ਸੰਬੰਧਿਤ ਸਮੱਸਿਆਵਾਂ ਦੀ ਚਰਚਾ ਵੀ ਕਰ ਚੁੱਕੇ ਹਾਂ। ਅੱਜ ਦੀ ਕਲਾਸ ਵਿੱਚ ਅਸੀਂ ਵਿयना ਕਾਂਗਰਸ ਦੇ ਉਦੇਸ਼ ਅਤੇ ਇਸ ਵਿੱਚ ਪ੍ਰਯੋਗ ਕੀਤੇ ਗਏ ਸਿਧਾਂਤਾਂ ਦੀ ਚਰਚਾ ਕਰਾਂਗੇ। ਸ਼ੁਰੂ ਕਰਦੇ ਹਾਂ ਵਿयना ਕਾਂਗਰਸ ਦੇ ਉਦੇਸ਼। ਵਿयना ਕਾਂਗਰਸ ਦੇ ਉਦੇਸ਼ਾਂ ਵਿੱਚ ਪਹਿਲਾ ਹੈ ਵਿयना ਕਾਂਗਰਸ ਜਾਂ ਸੰਮੇਲਨ ਦਾ ਪਹਿਲਾ ਉਦੇਸ਼ ਯੂਰਪ ਵਿੱਚ ਸ਼ਾਂਤੀ ਸਥਾਪਿਤ ਕਰਨਾ ਸੀ। ਦੂਜਾ, ਯੂਰਪੀਅਨ ਮਹਾਦੀਪ ਦੀ ਸ਼ਾਂਤੀ ਨੂੰ ਭੰਗ ਹੋਣ ਤੋਂ ਬਚਾਉਣ ਦੇ ਲਈ ਫਰਾਂਸ ਦੇ ਚਾਰੇ ਪਾਸੇ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਕਰਨਾ ਵੀ ਇਸ ਸੰਮੇਲਨ ਦਾ ਮੁੱਖ ਉਦੇਸ਼ ਸੀ। ਵਿयना ਕਾਂਗਰਸ ਦਾ ਤੀਜਾ ਉਦੇਸ਼ ਸਮਾਨਤਾ, ਸੁਤੰਤਰਤਾ ਅਤੇ ਭਾਈਚਾਰੇ ਆਦਿ ਕ੍ਰਾਂਤੀਕਾਰੀ ਸਿਧਾਂਤਾਂ ਦੇ ਪ੍ਰਭਾਵ ਤੋਂ ਯੂਰਪ ਮਹਾਦੀਪ ਨੂੰ ਸੁਰੱਖਿਅਤ ਰੱਖਣਾ ਸੀ। ਚੌਥਾ ਉਦੇਸ਼ ਜਿਨ੍ਹਾਂ ਦੇਸ਼ਾਂ ਨੇ ਨੈਪੋਲੀਅਨ ਦਾ ਸਾਥ ਦਿੱਤਾ ਸੀ, ਉਹਨਾਂ ਦੇਸ਼ਾਂ ਦੇ ਵਿਰੁੱਧ ਉਚਿਤ ਕਾਰਜਵਾਈ ਕਰਕੇ ਉਹਨਾਂ ਨੂੰ ਸਜ਼ਾ ਦੇਣਾ ਸੀ। ਅਗਲਾ ਸਾਡਾ ਮੇਨ ਪੁਆਇੰਟ ਹੈ ਵਿयना ਕਾਂਗਰਸ ਜਾਂ ਸੰਮੇਲਨ ਦੇ ਮੁੱਖ ਸਿਧਾਂਤ। ਇਹ ਕੁਐਸਚਨ ਛੋਟਾ ਵੀ ਇੰਪੋਰਟੈਂਟ ਹੈ, ਪੁੱਛਿਆ ਜਾ ਸਕਦਾ ਹੈ। ਵਿयना ਕਾਂਗਰਸ ਨੇ ਜਿਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨਾ ਸੀ ਉਹ ਬੜੀ ਜਟਿਲ ਸਨ। ਉਹਨਾਂ ਨੂੰ ਆਸਾਨੀ ਨਾਲ ਹੱਲ ਨਹੀਂ ਕੀਤਾ ਜਾ ਸਕਦਾ ਸੀ, ਵਿਸ਼ੇਸ਼ ਤੌਰ ਤੋਂ ਇਸ ਲਈ ਕਿ ਕਾਂਗਰਸ ਦੇ ਸਾਰੇ ਪ੍ਰਤੀਨਿਧੀ ਸਵਾਰਥੀ ਸਨ ਅਤੇ ਉਹ ਆਪਣੇ ਰਾਸ਼ਟਰੀ ਹਿੱਤਾਂ ਨੂੰ ਸੁਰੱਖਿਅਤ ਰੱਖਣਾ ਆਪਣਾ ਪਰਮ ਉਦੇਸ਼ ਮੰਨਦੇ ਸਨ। ਇੰਗਲੈਂਡ ਦੇ ਵਿਦੇਸ਼ ਮੰਤਰੀ ਕੈਸਲੇਰੇ ਦੀ ਹਾਰਦਿਕ ਇੱਛਾ ਸੀ ਕਿ ਯੂਰਪੀਅਨ ਰਾਜਨੇਤਾ ਅਜਿਹੀ ਸੰਧੀ ਕਰਨ ਜਿਸ ਵਿੱਚ ਇੰਗਲੈਂਡ ਦੇ ਵਪਾਰਿਕ ਹਿੱਤ ਸੁਰੱਖਿਅਤ ਰਹਿਣ। ਇਸ ਤੋਂ ਇਲਾਵਾ ਇੰਗਲੈਂਡ ਨੇ ਜੋ ਪ੍ਰਦੇਸ਼ ਫਰਾਂਸ ਤੇ ਉਸ ਦੇ ਮਿੱਤਰ ਦੇਸ਼ਾਂ ਤੋਂ ਜਿੱਤੇ ਹਨ, ਉਹ ਇੰਗਲੈਂਡ ਦੇ ਕੋਲ ਹੀ ਰਹਿਣ ਦਿੱਤੇ ਜਾਣ। ਇਸੇ ਤਰ੍ਹਾਂ ਆਸਟਰੀਆ ਦਾ ਵਿਦੇਸ਼ ਮੰਤਰੀ ਮੈਟਰਨਿਕ
न केवल इटली ते जर्मनी ते ਆਸਟਰੀਆ ਦੇ ਪ੍ਰਭਾਵ ਨੂੰ ਹੀ ਬਣਾ ਕੇ ਰੱਖਣਾ ਚਾਹੁੰਦਾ ਸੀ, ਬਲਕਿ ਆਸਟਰੀਅਨ ਸਾਮਰਾਜ ਦਾ ਵਿਸਤਾਰ ਕਰਨ ਦੀ ਉਮੀਦ ਵੀ ਰੱਖਦਾ ਸੀ। ਇਸੇ ਤਰ੍ਹਾਂ ਰੂਸ ਦਾ ਜ਼ਾਰ ਪੋਲੈਂਡ 'ਤੇ ਅੱਖਾਂ ਲਾਏ ਹੋਏ ਬੈਠਾ ਸੀ, ਜਦਕਿ ਪ੍ਰਸ਼ੀਆ ਰਾਜ ਸੈਕਸਨੀ 'ਤੇ ਅਧਿਕਾਰ ਜਮਾਉਣ ਦਾ ਇੱਛੁਕ ਸੀ। ਅਜਿਹੀ ਪ੍ਰਸਥਿਤੀਆਂ ਵਿੱਚ ਇਹ ਤੈਅ ਹੋਇਆ ਕਿ ਕਾਂਗਰਸ ਨੂੰ ਆਪਣੇ ਨਿਸ਼ਚਿਤ ਕੀਤੇ ਗਏ ਫੈਸਲਿਆਂ 'ਤੇ ਪਹੁੰਚਣ ਦੇ ਲਈ ਕੁਝ ਮਾਰਗਦਰਸ਼ਕ ਸਿਧਾਂਤ ਅਪਣਾਉਣੇ ਚਾਹੀਦੇ ਹਨ ਅਤੇ ਵੀਅਨਾ ਕਾਂਗਰਸ ਦਾ ਸੰਮੇਲਨ ਵਿੱਚ ਮੁੱਖ ਰੂਪ ਤੋਂ 3 ਸਿਧਾਂਤ ਅਪਣਾਏ ਗਏ। ਇਹਨਾਂ ਸਿਧਾਂਤਾਂ ਵਿੱਚ ਪਹਿਲਾ ਹੈ ਉਚਿਤ ਅਧਿਕਾਰ ਦਾ ਸਿਧਾਂਤ। ਸੰਮੇਲਨ ਦੇ ਸਾਰੇ ਮੈਂਬਰ ਇਸ ਗੱਲ 'ਤੇ ਸਹਿਮਤ ਹੋਏ ਕਿ ਯੂਰਪ ਦੇ ਰਾਜ ਸਿੰਘਾਸਨਾਂ 'ਤੇ ਦੁਬਾਰਾ ਉਹਨਾਂ ਰਾਜਵੰਸ਼ਾਂ ਦਾ ਸ਼ਾਸਨ ਸਥਾਪਿਤ ਕੀਤਾ ਜਾਏ ਜੋ 1799 ਈਸਵੀ ਵਿੱਚ ਸ਼ਾਸਨ ਕਰਦੇ ਸਨ। ਫਰਾਂਸ ਦੀ ਰਾਜ ਕ੍ਰਾਂਤੀ ਦੇ ਕਾਰਨ ਰਾਜਾ ਦੇ ਦੈਵੀ ਅਧਿਕਾਰ ਦਾ ਮਹੱਤਵ ਸਮਾਪਤ ਹੋ ਚੁੱਕਿਆ ਸੀ। ਇਸ ਲਈ ਵੀ ਉਚਿਤ ਅਧਿਕਾਰ ਦੇ ਸਿਧਾਂਤ ਨੂੰ ਖੁਸ਼ੀ ਸਾਰਿਆਂ ਨੇ ਅਪਣਾ ਲਿਆ। ਇਸ ਤੋਂ ਬਾਅਦ ਇਹਨਾਂ ਸਿਧਾਂਤਾਂ ਦੇ ਅਨੁਸਾਰ ਫਰਾਂਸ, ਸਪੇਨ ਅਤੇ ਨੈਪਲਸ ਵਿੱਚ ਰਾਜ ਸਿੰਘਾਸਨਾਂ 'ਤੇ ਬੁਰਬੋ ਵੰਸ਼ ਦੇ ਸ਼ਾਸਕ ਵਿਰਾਜਮਾਨ ਹੋਏ। ਸਾਰਡੀਨੀਆ ਵਿੱਚ ਸੇਵਾਏ ਰਾਜਵੰਸ਼ ਦਾ ਅਧਿਕਾਰ ਪੱਕਾ ਹੋਇਆ ਅਤੇ ਸੈਕਸਨੀ ਵਿੱਚ ਸਥਾਨੀ ਰਾਜਤੰਤਰ ਨੂੰ ਸ਼ਾਸਨ ਕਰਨ ਦਾ ਸੁਭਾਗ ਮਿਲਿਆ। ਇਸੇ ਤਰ੍ਹਾਂ ਮੱਧ ਯੂਰਪ ਦੇ ਕਈ ਦੇਸ਼ਾਂ ਵਿੱਚ ਹੈਬਸਬਰਗ ਵੰਸ਼ ਦੇ ਰਾਜਕੁਮਾਰ ਸ਼ਾਸਨ ਕਰਨ ਲੱਗੇ। ਦੂਜਾ ਸਿਧਾਂਤ ਹੈ ਜੇਤੂ ਦੇਸ਼ਾਂ ਨੂੰ ਇਨਾਮ। ਇੰਗਲੈਂਡ, ਆਸਟਰੀਆ, ਪ੍ਰਸ਼ੀਆ ਅਤੇ ਰੂਸ ਆਦਿ ਦੇਸ਼ਾਂ ਨੇ ਮਿਲ ਕੇ ਨੇਪੋਲੀਅਨ ਨੂੰ ਹਰਾਉਣ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਸੀ। ਸਿੱਟੇ ਵਜੋਂ ਉਹਨਾਂ ਨੇ ਜਨ ਤੇ ਧਨ ਦੇ ਰੂਪ ਵਿੱਚ ਭਾਰੀ ਬਲੀਦਾਨ ਦਿੱਤੇ ਸਨ। ਅਜਿਹੇ ਦੇਸ਼ ਆਪਣੀ ਸੇਵਾ ਦੇ ਬਦਲੇ ਵਿੱਚ ਇਨਾਮ ਦੀ ਇੱਛਾ ਰੱਖਦੇ ਸਨ। ਉਹਨਾਂ ਦੀ ਇਹ ਵੀ ਇੱਛਾ ਸੀ ਕਿ ਇਹ ਜਿਹੇ ਦੇਸ਼ਾਂ ਨੂੰ ਜੋ ਨੇਪੋਲੀਅਨ ਦੇ ਨਾਲ ਮਿਲ ਕੇ ਉਹਨਾਂ ਦੇ ਵਿਰੁੱਧ ਲੜੇ ਸਨ, ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਵੇ। ਇਸ ਸਿਧਾਂਤ ਦਾ ਪਾਲਨ ਕਰਦੇ ਹੋਏ ਪ੍ਰਸ਼ੀਆ ਨੂੰ ਰਾਈਨਲੈਂਡ ਦੇ ਪ੍ਰਾਂਤ ਅਤੇ ਸੈਕਸਨੀ ਦਾ ਬਹੁਤ ਵੱਡਾ ਭਾਗ ਦਿੱਤਾ ਗਿਆ। ਉਸਨੂੰ ਪੋਲੈਂਡ ਦੇ ਛੋਟੇ ਜਿਹੇ ਸੰਵਿਧਾਨਿਕ ਰਾਜ ਦੀ ਦੇਖਭਾਲ ਵੀ ਸੌਂਪੀ ਗਈ। ਆਸਟਰੀਆ ਨੂੰ ਉੱਤਰੀ ਇਟਲੀ ਵਿੱਚ ਲੋਂਬਾਰਡੀ ਅਤੇ ਵੇਨੇਸ਼ੀਆ 'ਤੇ ਸ਼ਾਸਨ ਕਰਨ ਦਾ ਅਧਿਕਾਰ ਮਿਲਿਆ। ਇੰਗਲੈਂਡ ਦੇ ਕੋਲ ਉਸ ਦੇ ਜਿੱਤੇ ਹੋਏ ਅਨੇਕ ਪ੍ਰਦੇਸ਼ ਰਹਿਣ ਦਿੱਤੇ ਗਏ। ਇਸ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਨੂੰ ਜੇਤੂ ਸ਼ਕਤੀਆਂ ਦੇ ਨਾਲ ਯੁੱਧ ਲੜਨ ਦੇ ਕਾਰਨ ਸਜ਼ਾ ਦਿੱਤੀਆਂ ਗਈਆਂ ਸਨ, ਉਹ ਸਨ ਬੈਲਜੀਅਮ, ਡੈਨਮਾਰਕ, ਪੋਲੈਂਡ
ਲੋਂਬਾਰਡੀ ਅਤੇ ਵਨੇਸ਼ੀਆ ਆਦਿ। ਇਹਨਾਂ ਦੇਸ਼ਾਂ ਨੂੰ ਸਜ਼ਾ ਮਿਲੀ ਸੀ ਕਿਉਂਕਿ ਇਹਨਾਂ ਨੇ ਨੇਪੋਲੀਅਨ ਦਾ ਸਾਥ ਦਿੱਤਾ ਸੀ। ਅਗਲਾ ਸਿਧਾਂਤ ਹੈ ਸ਼ਕਤੀ ਸੰਤੁਲਨ ਦਾ ਸਿਧਾਂਤ। ਵੀਅਨਾ ਸੰਮੇਲਨ ਦੇ ਰਾਜਨੇਤਾਵਾਂ ਦਾ ਇਹ ਵਿਚਾਰ ਸੀ ਕਿ ਨਵੀਂ ਰਾਜ ਵਿਵਸਥਾ ਇਸ ਢੰਗ ਨਾਲ ਕੀਤੀ ਜਾਏ ਕਿ ਯੂਰਪ ਦਾ ਕੋਈ ਵੀ ਦੇਸ਼ ਆਉਣ ਵਾਲੇ ਸਾਲਾਂ ਵਿੱਚ ਇੰਨਾ ਤਾਕਤਵਰ ਨਾ ਹੋ ਪਾਏ ਕਿ ਉਹ ਦੂਜੇ ਦੇਸ਼ਾਂ ਦੇ ਲਈ ਖਤਰਾ ਬਣ ਜਾਏ। ਸਪਸ਼ਟ ਤੌਰ ਤੋਂ ਇਸ ਸਿਧਾਂਤ ਦਾ ਮੁੱਖ ਉਦੇਸ਼ ਯੂਰਪ ਵਿੱਚ ਸ਼ਾਂਤੀ ਵਿਵਸਥਾ ਬਣਾ ਕੇ ਰੱਖਣਾ ਸੀ। ਜੇਕਰ ਵੀਅਨਾ ਸੰਮੇਲਨ ਜਾਂ ਵੀਅਨਾ ਦੀ ਸੰਧੀ ਇੱਕੋ ਹੀ ਗੱਲ ਹੈ ਨੂੰ ਧਿਆਨ ਨਾਲ ਪਰਖਿਆ ਜਾਏ ਤਾਂ ਅਸੀਂ ਇਹ ਪਾਵਾਂਗੇ ਕਿ ਸ਼ਕਤੀ ਸੰਤੁਲਨ ਦਾ ਸਿਧਾਂਤ ਵੀਅਨਾ ਸੰਮੇਲਨ ਦਾ ਸਭ ਤੋਂ ਮਹੱਤਵਪੂਰਨ ਸਿਧਾਂਤ ਸੀ। ਇਸ ਤੋਂ ਇਲਾਵਾ ਸ਼ਕਤੀ ਸੰਤੁਲਨ ਦੇ ਹਿੱਤ ਵਿੱਚ ਹੀ ਪ੍ਰਸ਼ੀਆ ਦੀ ਸ਼ਕਤੀ ਨੂੰ ਮਜ਼ਬੂਤ ਬਣਾਇਆ ਗਿਆ ਤਾਂ ਕਿ ਉਹ ਪੂਰਬ ਵਿੱਚ ਰੂਸ ਅਤੇ ਪੱਛਮ ਦੇ ਵਿੱਚ ਫਰਾਂਸ ਦੇ ਹਮਲਿਆਂ ਨੂੰ ਰੋਕ ਸਕੇ। ਇਸ ਤਰ੍ਹਾਂ ਸਟੂਡੈਂਟਸ ਇਹਨਾਂ ਤਿੰਨਾਂ ਸਿਧਾਂਤਾਂ ਨੂੰ ਅਪਣਾ ਕੇ ਵੀਅਨਾ ਕਾਂਗਰਸ ਵਿੱਚ ਅਨੇਕ ਮਹੱਤਵਪੂਰਨ ਫੈਸਲੇ ਲਏ ਗਏ। ਇਹਨਾਂ ਸਾਰੇ ਫੈਸਲਿਆਂ ਦੀ ਚਰਚਾ ਅਸੀਂ ਅਗਲੀ ਕਲਾਸ ਵਿੱਚ ਕਰਾਂਗੇ। ਤੁਸੀਂ ਨੋਟਸ ਆਪਣੇ ਬਣਾਉਂਦੇ ਰਹੋ ਕਿਉਂਕਿ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਅੱਜ ਦੇ ਲਈ ਇੰਨਾ ਹੀ। ਅੱਗੇ ਐਸੇ ਕੁਐਸਚਨ ਨੂੰ ਅਸੀਂ ਜਾਰੀ ਰੱਖਾਂਗੇ। ਬਹੁਤ ਬਹੁਤ ਧੰਨਵਾਦ।